ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਬੀਰ ਸਿੰਘ ਜੀ ਕੌੜਾ ਜੀ ਦੀ ਰਚਨਾ ਤੇ ਸਿੱਖ ਵੀ ਨਿਕਲਿਆ ਗਿਆ। ਭਾਗ 28ਵਾਂ। ਗਾਂਧੀ ਗਰੀਬਾਂ ਦਾ ਬਹੁਤ ਹਮਦਰਦ ਸੀ, ਪਰ ਕਦੀ ਉਹ ਰਾਤ ਨੂੰ ਕਿਸੇ ਗਰੀਬ ਦੀ ਝੌਂਪੜੀ ਵਿੱਚ ਨਹੀਂ ਸਨ ਠਹਿਰੇ। ਦਿੱਲੀ ਜਾਂਦੇ ਤਾਂ ਘਣੀ ਸ਼ਿਆਮ ਦਾਸ ਬਿਰਲੇ ਦੇ ਘਰ ਠਹਿਰਦੇ, ਤੇ ਹੋਰ ਕਿਸੇ ਸ਼ਹਿਰ ਜਾਂਦੇ ਤਾਂ ਉੱਥੇ ਕਿਸੇ ਅਮੀਰ ਦੇ ਘਰ ਰਹਿੰਦੇ। ਗਾਂਧੀ ਜੀ ਨੂੰ ਪਤਾ ਸੀ ਕਿ ਜੇ ਕਿਸੇ ਝੌਂਪੜੀ ਵਿੱਚ ਠਹਿਰਿਆ ਤਾਂ ਮੱਛਰ ਤੋੜ ਕੇ ਖਾ ਜਾਵੇਗਾ। ਗਾਂਧੀ ਦੀ ਕਿਤਾਬ ਹਿੰਦ ਸਵਰਾਜ 1905 ਵਿੱਚ ਲਿਖੀ ਗਈ ਸੀ। 1943 ਵਿੱਚ ਨਹਿਰੂ ਨੇ ਪੱਤਰ ਲਿਖ ਕੇ ਪੁੱਛਿਆ ਕਿ ਤੁਸੀਂ ਰੇਲ ਵਗੈਰਾ ਦੇ ਹੁਣ ਵੀ ਵਿਰੋਧੀ ਹੋ? ਤਾਂ ਗਾਂਧੀ ਨੇ ਕਿਹਾ, ਮੈਂ ਇੱਕ ਲਫ਼ਜ਼ ਉਸ ਨਾਲ ਸਹਿਮਤ ਹਾਂ। ਜਦੋਂ ਗਾਂਧੀ ਜੀ ਨੂੰ ਭਾਰਤ ਵਿੱਚ ਹਿੰਦੂ ਹੁੰਦੀ ਗਊ ਹੱਤਿਆ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ, ਮੈਂ ਸਵਰਾਜ ਪ੍ਰਾਪਤੀ ਨਾਲੋਂ ਵੀ ਗਊ ਹੱਤਿਆ ਦੇ ਸਵਾਲ ਨੂੰ ਵਧੇਰੇ ਮਹੱਤਵਪੂਰਨ ਮੰਨਦਾ ਹਾਂ। ਇਸੇ ਤਰ੍ਹਾਂ ਹੀ ਜਦੋਂ ਭਾਰਤ ਦੀ ਵੰਡ ਬਾਰੇ ਪੁੱਛਿਆ ਤਾਂ ਗਾਂਧੀ ਜੀ ਨੇ ਕਿਹਾ, ਭਾਰਤ ਦੀ ਵੰਡ ਤੋਂ ਪਹਿਲਾਂ ਮੇਰੇ ਸਰੀਰ ਦੇ 2 ਟੋਟੇ ਕਰ ਦਿਓ। ਜੇਕਰ ਸਾਰੇ ਭਾਰਤ ਵਿੱਚ ਅੱਗ ਵੀ ਲੱਗ ਜਾਵੇ ਤਾਂ ਵੀ ਪਾਕਿਸਤਾਨ ਦਾ ਨਿਰਮਾਣ ਨਹੀਂ ਹੋ ਸਕੇਗਾ। ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ। ਦੱਸੋ, ਐਸਾ ਵਿਅਕਤੀ ਇਤਬਾਰਯੋਗ ਹੁੰਦਾ ਹੈ ਜਿਸ ਤੇ ਝੁੱਡੂ ਸਿੱਖ ਲੀਡਰਸ਼ਿਪ ਨੇ ਇਤਬਾਰ ਕੀਤਾ? ਜੇ ਮਹਾਤਮਾ ਗਾਂਧੀ ਪੂਰੇ ਮੁਲਕ ਵਿੱਚ ਆਪਣੀ ਸ਼ਾਂਤੀ ਦਾ ਢੰਡੋਰਾ ਨਾ ਪਿੱਟਦਾ ਤੇ ਲੋਕ ਲੜ ਕੇ ਆਜ਼ਾਦੀ ਲੈਂਦੇ ਤਾਂ ਵੱਧ ਤੋਂ ਵੱਧ 1 ਲੱਖ ਬੰਦਾ ਮਰਦਾ, ਜਦੋਂ ਕਿ ਦੇਸ਼ ਦੀ ਵੰਡ ਨਾਲ ਇਕੱਲੇ ਪੰਜਾਬ ਵਿੱਚ ਹੀ 10 ਲੱਖ ਬੰਦੇ ਮਾਰੇ ਗਏ ਤੇ ਲੱਖਾਂ ਹੀ ਬੀਬੀਆਂ ਦੇ ਦੋਹਾਂ ਪਾਸਿਆਂ ਤੋਂ ਬਲਾਤਕਾਰ ਹੋਏ। ਮਹਾਤਮਾ ਗਾਂਧੀ ਜੇ ਲੋਕਾਂ ਨੂੰ ਲੜਨ ਦਿੰਦਾ ਤਾਂ ਘੱਟ ਤੋਂ ਘੱਟ ਪੰਜਾਬ ਵਿੱਚ ਹੀ 9 ਲੱਖ ਬੰਦੇ ਨਾ ਮਰਦੇ ਤੇ ਜਨਾਨੀਆਂ ਦੇ ਬਲਾਤਕਾਰ ਹੋਣ ਤੋਂ ਵੀ ਬਚ ਜਾਂਦੇ। ਨਹਿਰੂ ਦਾ ਇਹ ਕਹਿਣਾ ਤਾਂ ਬਹੁਤ ਹੀ ਖਤਰਾ ਸੀ ਕਿ ਉੱਤਰੀ ਭਾਰਤ ਵਿੱਚ ਐਸਾ ਖਿੱਤਾ ਹੋਵੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਉਸ ਨੇ ਅੱਧੀ ਲਾਈਨ ਵਿੱਚ ਹੀ ਗੱਲ ਮੁਕਾ ਦਿੱਤੀ ਕਿ ਹੁਣ ਹਾਲਾਤ ਬਦਲ ਗਏ ਹਨ। 1960 ਵਿੱਚ ਨਹਿਰੂ ਨੇ ਕਿਹਾ ਸੀ, ਸੱਚ ਤਾਂ ਇਹ ਹੈ ਕਿ ਅਸੀਂ ਥੱਕ ਚੁੱਕੇ ਸਾਂ ਅਤੇ ਉਮਰ ਵੀ ਬਹੁਤ ਹੋ ਗਈ ਸੀ। ਜੇਕਰ ਅਸੀਂ ਅਖੰਡ ਭਾਰਤ ਤੇ ਅੜੇ ਰਹਿੰਦੇ ਤਾਂ ਸਪਸ਼ਟ ਹੈ ਕਿ ਸਾਨੂੰ ਜੇਲ੍ਹ ਜਾਣਾ ਪੈਂਦਾ। ਨਹਿਰੂ ਦੀ ਇਸ ਗੱਲ ਦੀ ਪੁਸ਼ਟੀ ਲਾਰਡ ਮਾਊਂਟ ਬੈਟਨ ਦੇ ਇਸ ਕਥਨ ਤੋਂ ਵੀ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਦੇਸ਼ ਦੀ ਵੰਡ ਵਿਰੁੱਧ ਕੋਈ ਅਜਿਹਾ ਅੜਿੱਕਾ ਖੜਾ ਹੋ ਸਕੇ, ਇਸ ਸਮੱਸਿਆ ਦਾ ਤੁਰੰਤ ਨਿਪਟਾਰਾ ਕਰ ਦਿੱਤਾ। ਦੀ ਬ੍ਰਿਟਿਸ਼ ਰਾਜ ਦਾ ਪੰਨਾ 118। ਪੰਜਾਬ ਦੇ ਲੋਕ ਉੱਜੜ ਪੁੱਜੜ ਕੇ ਵੱਡੇ ਕੱਟੇ ਹੋਏ ਭਾਰਤ ਵੱਲ ਆ ਰਹੇ ਸਨ, ਪਰ ਦੂਜੇ ਪਾਸੇ ਪੰਡਿਤ ਨਹਿਰੂ ਆਪਣੇ ਭਾਸ਼ਣਾਂ ਵਿੱਚ ਇਹਨਾਂ ਨੂੰ ਆਪਣੇ ਕਰਮਾਂ ਦਾ ਫਲ ਭੋਗ ਰਹੇ ਅਭਾਗੇ ਕਹਿ ਰਹੇ ਸਨ। ਇੱਧਰ ਆਉਣ ਵਾਲੇ ਲੋਕਾਂ ਦਾ ਨਾਂ ਰਿਫਿਊਜੀ ਵੀ ਨਹਿਰੂ ਨੇ ਹੀ ਰੱਖਿਆ ਸੀ। ਆਪਣੇ ਹੀ ਦੇਸ਼ ਵਿੱਚ ਰਿਫਿਊਜੀ ਤੇ ਪਨਾਹਗੀਰ। ਹੱਦ ਹੋ ਗਈ ਇਹੋ ਜਿਹੀ ਆਜ਼ਾਦੀ ਦੀ। ਗਾਂਧੀ ਤੇ ਅੰਗਰੇਜ਼ ਦੋਵੇਂ ਬਾਣੀਏ ਸਨ। ਜਿੰਨੀ ਹਿਫਾਜ਼ਤ ਅੰਗਰੇਜ਼ਾਂ ਨੇ ਅੰਗਰੇਜ਼ੀ ਰਾਜ ਦੇ ਦੁਸ਼ਮਣ ਮਹਾਤਮਾ ਗਾਂਧੀ ਦੀ ਕੀਤੀ, ਉਨੀ ਕਿਸੇ ਦੀ ਨਹੀਂ ਕੀਤੀ। ਅੰਗਰੇਜ਼ਾਂ ਦੇ ਵੇਲੇ ਗਾਂਧੀ ਨੂੰ ਕੁਝ ਨਹੀਂ ਹੋਇਆ, ਪਰ ਆਜ਼ਾਦ ਹਿੰਦੁਸਤਾਨ ਉਸ ਦੀ ਜਾਨ ਨਾ ਬਚਾ ਸਕਿਆ। ਗਾਂਧੀ ਦੀ ਵਿਚਾਰਧਾਰਾ ਅੰਗਰੇਜ਼ਾਂ ਦੇ ਬਹੁਤ ਫਿੱਟ ਸੀ। ਗਾਂਧੀ ਲੋਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਲੜਨ ਨਹੀਂ ਸੀ ਦਿੰਦਾ। ਜਦੋਂ ਵੀ ਅੰਦੋਲਨ ਹਿੰਸਕ ਹੋਣ ਲੱਗਦਾ, ਬਾਣੀਆਂ ਫੱਟ ਪਿੱਛੇ ਹਟ ਜਾਂਦਾ। ਇਸ ਸਾਰੀ ਕੁੜੱਤਣ ਦਾ ਗੁੱਸਾ 1947 ਦੀ ਵੰਡ ਵੇਲੇ ਨਿਕਲਿਆ। ਮੁਹੰਮਦ ਅਲੀ ਜਿਨਾਹ ਦਾ ਅਸਲੀ ਨਾਂ ਝੀਨਾ ਭਾਈ ਖੋਜਾਨੀ ਸੀ ਤੇ ਉਹ ਖੋਜਾ ਮੁਸਲਮਾਨ ਸਨ। ਖੋਜੇ ਵੀ ਹਿੰਦੂਆਂ ਦੇ ਬਾਣੀਆਂ ਵਰਗੇ ਹੀ ਹੁੰਦੇ ਹਨ। ਜਿਨਾਹ ਬਹੁਤ ਹੀ ਕਾਬਲ ਵਕੀਲ ਸੀ ਤੇ ਭਾਰਤ ਦੇ ਕਾਨੂੰਨ ਜਗਤ ਵਿੱਚ ਉਹਦਾ ਸਥਾਨ ਪਹਿਲੇ 7-8 ਵਕੀਲਾਂ ਵਿੱਚ ਆਉਂਦਾ ਸੀ। ਉਹਨਾਂ ਦੇ ਦਫ਼ਤਰ ਦਾ ਮੇਜ਼ 8 ਫੁੱਟ ਚੌੜਾ ਸੀ, ਕਿਉਂਕਿ ਜਿਨਾਹ ਸਾਹਿਬ ਦਿਨੇ ਵੀ ਦਾਰੂ ਪੀ ਲੈਂਦੇ ਸਨ
ਤੇ ਕਈ ਵਾਰ ਤਾਂ ਅਦਾਲਤ ਵਿੱਚ ਵੀ ਸ਼ਰਾਬ ਪੀ ਕੇ ਬਹਿਸ ਕਰਦੇ ਸਨ। ਜਦੋਂ ਕੋਈ ਸਾਇਲ ਆਪਣਾ ਮੁਕੱਦਮਾ ਲੈ ਕੇ ਆਉਂਦਾ ਤਾਂ ਉਹ ਮੇਜ਼ ਦੇ 8 ਫੁੱਟ ਪਰੇ ਬੈਠਾ ਹੋਣ ਕਰਕੇ ਜਨਾਹ ਸਾਹਿਬ ਦੇ ਮੂੰਹ ਵਿੱਚੋਂ ਨਿਕਲਣ ਵਾਲੀ ਸ਼ਰਾਬ ਦੀ ਬੋ ਨਾ ਪਛਾਣ ਸਕਦਾ। ਜਨਾਹ ਸਾਹਿਬ ਉਸ ਨੂੰ ਕਹਿੰਦੇ 10,000 ਰੁਪਈਆ ਤੇ ਲਿਫਾਫਾ ਮੇਜ਼ ਤੇ ਰੱਖ ਜਾ ਤੇ 1,000 ਰੁਪਈਆ ਮੁਨਸ਼ਿਆਨਾ ਬਾਹਰ ਮੁਨਸ਼ੀ ਨੂੰ ਫੜਾ ਜਾ। ਮੈਂ ਤੇਰਾ ਕੇਸ ਪੜ੍ਹ ਕੇ ਵੇਖਾਂਗਾ। ਜੇ ਤਾਂ ਮੈਂ ਕੇਸ ਲੈਣਾ ਹੋਇਆ ਤਾਂ ਇਕੱਲਾ ਲਿਫਾਫਾ ਹੀ ਮੇਜ਼ ਤੇ ਹੋਵੇਗਾ, ਜਿਸ ਦਾ ਮਤਲਬ ਹੋਵੇਗਾ ਮੈਂ ਕੇਸ ਲੜਨਾ ਮਨਜ਼ੂਰ ਕਰ ਲਿਆ। ਜੇ ਪੈਸੇ ਵੀ ਲਿਫਾਫੇ ਉੱਤੇ ਪਏ ਹੋਏ ਤਾਂ ਤੁਸੀਂ ਪੈਸੇ ਤੇ ਲਿਫਾਫਾ ਲੈ ਕੇ ਮੇਰੇ ਦਫ਼ਤਰ ਵਿੱਚੋਂ ਚਲੇ ਜਾਣਾ ਹੈ ਤੇ ਜਾ ਕੇ ਕੋਈ ਹੋਰ ਵਕੀਲ ਲੱਭ ਲੈਣਾ ਹੈ। ਮੁਨਸ਼ੀ ਵਾਲਾ 1,000 ਰੁਪਈਆ ਵਾਪਸ ਹੋਣ ਯੋਗ ਨਹੀਂ ਹੋਵੇਗਾ। ਜਨਾਹ ਸਾਹਿਬ ਮੁਸਲਮਾਨ ਹੋ ਕੇ ਵੀ ਹਿੰਦੂ ਉੱਤਰਾਅਧਿਕਾਰੀ ਕਾਨੂੰਨ ਨੂੰ ਠੀਕ ਮੰਨਦੇ ਸਨ। ਕੱਟੜਪੰਥੀ ਮੁਸਲਿਮ ਲੀਡਰਾਂ ਨੇ, ਜਿਨ੍ਹਾਂ ਵਿੱਚ ਕਈ ਮੁਲਾਣੇ ਵੀ ਸਨ, ਤੇ ਜਦੋਂ ਉਹਨਾਂ ਦੀ ਲੀਡਰੀ ਤੇ ਇਤਰਾਜ਼ ਕੀਤਾ ਕਿ ਉਹਨਾਂ ਦਾ ਨਾਂ ਹਿੰਦੂਆਂ ਵਰਗਾ ਹੈ, ਖੜਕਵਾਂ ਮੁਸਲਮਾਨ ਨਾਂ ਨਹੀਂ ਲੱਗਦਾ, ਤਾਂ ਉਹਨਾਂ ਨੇ ਇਹ ਆਲੋਚਨਾ ਵੀ ਖਤਮ ਕਰ ਦਿੱਤੀ ਤੇ ਆਪਣਾ ਖੜਕਵਾਂ ਨਾਂ ਮੁਹੰਮਦ ਅਲੀ ਜਿਨਾਹ ਰੱਖ ਲਿਆ। ਝੀਨਾ ਤੋਂ ਜਿਨਾਹ ਬਣ ਗਿਆ। ਉਦੋਂ ਉਹਨਾਂ ਦੇ ਸ਼ਰਾਬ ਪੀਣ ਤੇ ਪਾਬੰਦੀ ਦੀ ਗੱਲ ਚੱਲੀ ਤਾਂ ਜਨਾਹ ਸਾਹਿਬ ਇਸ ਨੂੰ ਆਪਣੀ ਜਾਤੀ ਮਾਮਲਾ ਸਮਝਦੇ ਸਨ, ਧਾਰਮਿਕ ਨਹੀਂ। ਇਸ ਲਈ ਉਹ ਮੁਲਾਣਿਆਂ ਨਾਲ ਬੜੇ ਖਫਾ ਹੋ ਗਏ ਤੇ ਕਿਹਾ, ਮੇਰੇ ਨੁਕਸ ਹੀ ਦੱਸਦੇ ਹੋ, ਕੋਈ ਸਿਫਤ ਵੀ ਦੱਸੋ। ਕੱਟੜ ਗਰੁੱਪ ਨੇ ਕਿਹਾ, ਸੱਚਾ ਮੁਸਲਮਾਨ ਸ਼ਰਾਬ ਨਹੀਂ ਪੀਂਦਾ। ਜਨਾਹ ਨੇ ਉਹਨਾਂ ਨੂੰ ਚੈਲੰਜ ਕੀਤਾ ਕਿ ਮੈਂ ਗਵਰਨਰ ਜਨਰਲ ਦੇ ਗਲਾਸ ਨਾਲ ਗਲਾਸ ਟਕਰਾ ਕੇ ਸ਼ਰਾਬ ਪੀਂਦਾ ਹਾਂ। ਜਾਓ, ਤੁਹਾਡੇ ਵਿੱਚੋਂ ਕੋਈ ਮਾਈ ਦਾ ਲਾਲ ਸੱਚਾ ਮੁਸਲਮਾਨ ਉਹਦੇ ਬੂਟ ਨਾਲ ਵੀ ਗਲਾਸ ਟਕਰਾ ਕੇ ਵਿਖਾਵੇ। ਉਸਨੇ ਕਿਹਾ, ਮੈਂ ਵਾਇਸਰਾਏ ਦੀ ਪਤਨੀ ਦੀ ਨੰਗੀ ਪਿੱਠ ਤੇ ਆਪਣਾ ਹੱਥ ਰੱਖ ਕੇ ਡਾਂਸ ਕਰਦਾ ਹਾਂ। ਤੁਹਾਡੇ ਵਿੱਚੋਂ ਕੋਈ ਵਾਇਸਰਾਏ ਦੀ ਘਰ ਦੀ ਵਾੜ ਤੇ ਵੀ ਹੱਥ ਲਾ ਕੇ ਤੇ ਵਿਖਾਵੇ। ਕੱਟੜਪੰਥੀਆਂ ਨੇ ਕਿਹਾ, ਮੁਸਲਮਾਨਾਂ ਨੇ ਤੁਹਾਨੂੰ ਕਾਇਦੇ ਆਜ਼ਮ ਬਣਾਇਆ ਹੈ। ਜਿਨ੍ਹਾਂ ਨੇ ਕਿਹਾ, ਬਿਲਕੁਲ ਕੋਰਾ ਝੂਠ। ਕਾਇਦੇ ਆਜ਼ਮ ਮੈਨੂੰ ਮੁਸਲਮਾਨਾਂ ਨੇ ਨਹੀਂ, ਸਗੋਂ ਹਿੰਦੂਆਂ ਦੇ ਲੀਡਰ ਮਹਾਤਮਾ ਗਾਂਧੀ ਨੇ ਬਣਾਇਆ ਹੈ। ਉਹਨਾਂ ਨੇ ਮੈਨੂੰ ਜਿੰਨੀਆਂ ਵੀ ਚਿੱਠੀਆਂ ਲਿਖੀਆਂ ਹਨ, ਉਹਨਾਂ ਵਿੱਚ ਮੈਨੂੰ ਕਾਇਦੇ ਆਜ਼ਮ ਸਭ ਤੋਂ ਵੱਡਾ ਲੀਡਰ ਕਹਿ ਕੇ ਸੰਬੋਧਨ ਕੀਤਾ ਹੈ। ਜਦੋਂ ਮੇਰਾ ਵਿਰੋਧੀ ਲੀਡਰ ਮੈਨੂੰ ਕਾਇਦੇ ਆਜ਼ਮ ਮੰਨਦਾ ਹੈ, ਫਿਰ ਤੁਸੀਂ ਮਾਮੇ ਲੱਗਦੇ ਹੋ। ਮੈਨੂੰ ਮਤਾ ਦੇਣ ਦੇ। ਗਾਂਧੀ ਨੇ ਭਾਵੇਂ ਜਨਾਹ ਨੂੰ ਫਲਾਉਣ ਲਈ ਹੀ ਉਸ ਦੇ ਨਾਂ ਨਾਲ ਕਾਇਦੇ ਆਜ਼ਮ ਲਾਇਆ ਸੀ, ਪਰ ਉਹ ਪੂਰਾ ਹੀ ਫੁੱਲ ਗਿਆ। ਜਿਵੇਂ ਲਾਲ ਬਹਾਦਰ ਸ਼ਾਸਤਰੀ ਦੇ ਜੈ ਜਵਾਨ ਜੈ ਕਿਸਾਨ ਕਹਿਣ ਨਾਲ ਸਿੱਖ ਫੁੱਲ ਗਏ ਸਨ। ਟਰਾਲੀ ਦੇ ਇੱਕ ਪਾਸੇ ਬੁੱਝੜ ਜਾਏ ਕਿਸਾਨ ਦੀ ਫੋਟੋ ਤੇ ਦੂਜੇ ਪਾਸੇ ਰਾਈਫਲ ਮੋਢੇ ਤੇ ਪਾਈ ਇੱਕ ਸਿੱਖ ਦੀ ਫੋਟੋ ਬਣਾ ਦਿੱਤੀ। ਦੋਹਾਂ ਨੇ ਏਡੀ ਪੂਛ ਤੁੜਾਈ ਕਿ ਇੱਕ ਤਾਂ ਵਾਹੀ ਕਰਦਾ ਕਰਦਾ ਭੁੱਖਾ ਨੰਗਾ ਹੋ ਕੇ ਖੁਦਕੁਸ਼ੀਆਂ ਕਰਨ ਲੱਗ ਪਿਆ ਤੇ ਦੂਜੇ ਕੋਲੋਂ ਆਮ ਸ਼ਹਿਰੀਆਂ ਤੇ ਇੰਨਾ ਤਸ਼ੱਦਦ ਕਰਵਾਇਆ ਕਿ ਅੱਜ ਕੋਈ ਸਿੱਖ ਫੌਜੀ ਦੀ ਸ਼ਕਲ ਵੇਖਣ ਨੂੰ ਵੀ ਤਿਆਰ ਨਹੀਂ। ਉਸਨੇ ਉਹਨਾਂ ਕੱਟੜ ਲੀਡਰਾਂ ਨੂੰ ਦੱਸਿਆ ਕਿ ਮੈਨੂੰ ਜਦੋਂ ਵੀ ਵਿੱਚ ਮੌਕਾ ਮਿਲੇ, ਮੈਂ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਵਕਾਲਤ ਕਰਨ ਦਾ ਵੇਲਾ ਨਹੀਂ ਖੁੰਝਾਉਂਦਾ। ਵਾਇਸਰਾਏ, ਗਵਰਨਰ ਜਨਰਲ ਤੇ ਲਾਰਡ ਬੜੇ ਧਿਆਨ ਨਾਲ ਮੇਰੀ ਗੱਲ ਸੁਣਦੇ ਹਨ। ਜੇ ਤੁਹਾਡੇ ਵਿੱਚੋਂ ਕੋਈ ਮਾਈ ਦਾ ਲਾਲ ਜੰਮਿਆ ਹੈ ਤਾਂ ਜਾਓ, ਇਹ ਗੱਲ ਉਹਨਾਂ ਦੇ ਚਪੜਾਸੀਆਂ ਤੇ ਖਾਨ ਸਾਮਿਆਂ ਨਾਲ ਹੀ ਕਰਕੇ ਵਿਖਾਓ। ਅੱਜ ਸਾਰੇ ਪਾਕਿਸਤਾਨੀ ਇਹ ਗੱਲ ਮੰਨਦੇ ਹਨ ਕਿ ਅਗਰ ਮੁਹੰਮਦ ਅਲੀ ਜਿਨਾਹ ਨਾ ਹੁੰਦੇ ਤਾਂ ਸ਼ਾਇਦ ਪਾਕਿਸਤਾਨ ਅਜੇ ਤੱਕ ਨਾ ਬਣਦਾ। ਕਹਿੰਦੇ ਹਨ, ਇੱਕ ਵਾਰ ਇੰਗਲੈਂਡ ਵਿੱਚ ਸਾਰੇ ਲੀਡਰਾਂ ਤੇ ਲਾਰਡਾਂ ਦੀ ਗੋਲਮੇਜ਼ ਕਾਨਫਰੰਸ ਹੋਈ। ਗਾਂਧੀ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਕਿਹਾ, ਕਾਇਦੇ ਆਜ਼ਮ ਸਾਹਿਬ, ਤੁਸੀਂ ਸਿਰਫ 4 ਆਨੇ ਹਿੱਸਾ ਪਾਕਿਸਤਾਨ ਦੇ ਤੌਰ ਤੇ ਮੰਗਦੇ ਹੋ। ਅਸੀਂ ਤੁਹਾਨੂੰ ਪੂਰਾ ਰੁਪਈਆ ਹੀ ਦੇਣ ਨੂੰ ਤਿਆਰ ਹਾਂ। ਤੁਸੀਂ ਸਿਰਫ ਚਵਾਨੀ ਤੇ ਹੀ ਜਿੱਦ ਕਿਉਂ ਕਰਦੇ ਹੋ? ਖੋਜੇ ਦੀ ਬਾਣੀਆਂ ਵਰਗੀ ਬੁੱਧੀ ਨੇ ਫੱਟ ਕੰਮ ਕੀਤਾ ਤੇ ਚਵਾਨੀਆਂ ਅਠਿਆਨੀਆਂ ਵਾਲਾ ਦਿਮਾਗ ਚੱਲਣ ਲੱਗ ਪਿਆ। ਉਹਨਾਂ ਨੇ ਗਾਂਧੀ ਨੂੰ ਮੋੜਵਾਂ ਉੱਤਰ ਦਿੱਤਾ, ਮਹਾਤਮਾ ਜੀ, ਜਿਹੜਾ ਰੁਪਈਆ ਚਵਾਨੀ ਵਟੇ ਚੱਲੇ ਉਹ ਖੋਟਾ ਹੁੰਦਾ ਹੈ। ਸਾਨੂੰ ਸਾਡੀ ਚਵਾਨੀ ਹੀ ਦੇ ਦਿਓ।
ਕਹਿੰਦੇ ਹਨ ਇੱਕ ਵਾਰ ਮਹਾਤਮਾ ਗਾਂਧੀ ਨੇ ਸਾਰੇ ਲੀਡਰਾਂ ਦੇ ਇਸੇ ਤਰ੍ਹਾਂ ਦੇ ਹੀ ਇੱਕ ਇਕੱਠ ਵਿੱਚ ਕਿਹਾ, ਕਾਇਦੇ ਆਜ਼ਮ ਸਾਹਿਬ, ਤੁਸੀਂ ਸ਼ਾਇਦ ਅੰਦਾਜ਼ਾ ਨਹੀਂ ਲਾਇਆ, ਤੁਹਾਡਾ ਪਾਕਿਸਤਾਨ ਬਹੁਤ ਛੋਟਾ ਬਣੇਗਾ। ਜਿਨ੍ਹਾਂ ਸਾਹਿਬ ਨੇ ਆਪਣੀ ਜੇਬ ਵਿੱਚੋਂ ਰੁਮਾਲ ਕੱਢਿਆ, ਲੋਕਾਂ ਸਮਝਿਆ ਸ਼ਾਇਦ ਨੱਕ ਸੁਣਕਣ ਲੱਗੇ ਹਨ, ਪਰ ਉਹਨਾਂ ਨੇ ਤਹਾਂ ਖੋਲ ਕੇ ਉਹ ਰੁਮਾਲ ਮੇਜ਼ ਉੱਤੇ ਵਿਛਾ ਦਿੱਤਾ ਤੇ ਪੁੱਛਿਆ, ਮਹਾਤਮਾ ਜੀ, ਏਡਾ ਤਾਂ ਬਣ ਹੀ ਜਾਏਗਾ ਨਾ? ਗਾਂਧੀ ਨੇ ਕਿਹਾ, ਹਾਂ ਏਡਾ ਤਾਂ ਬਣ ਹੀ ਜਾਏਗਾ, ਬਸ ਸਾਨੂੰ ਏਡਾ ਹੀ ਬੜਾ ਹੈ, ਪਰ ਉਹਦਾ ਨਾਂ ਪਾਕਿਸਤਾਨ ਹੋਣਾ ਚਾਹੀਦਾ ਹੈ। ਪਾਕਿਸਤਾਨ ਨਾਲ ਨਾਂ ਵੀ ਮੁਸਲਮਾਨਾਂ ਨੇ ਹੀ ਰੱਖਿਆ। ਇਹ ਹਿੰਦੂ ਮਹਾਸ਼ਾ ਪ੍ਰੈਸ ਦਾ ਪਾਕਿਸਤਾਨ ਨਾਂ ਵੀ ਮੁਸਲਮਾਨਾਂ ਨੇ ਨਹੀਂ ਰੱਖਿਆ। ਇਹ ਹਿੰਦੂ ਮਹਾਸ਼ਾ ਪ੍ਰੈਸ ਦਾ ਦਿੱਤਾ ਹੋਇਆ ਨਾਂ ਹੈ, ਜੋ ਮੁਸਲਮਾਨਾਂ ਨੂੰ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਆਪਣੇ ਬਣਨ ਵਾਲੇ ਦੇਸ਼ ਦਾ ਨਾਂ ਇਹੀ ਰੱਖ ਲਿਆ। ਇਹ ਸਾਰਾ ਕੁਝ ਲਿਖਣ ਦਾ ਮਤਲਬ ਸਿਰਫ ਇਹ ਹੈ ਕਿ ਸਿੱਖ ਲੀਡਰ ਗਾਂਧੀ, ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨ੍ਹਾਂ ਦੇ ਪਾਏ ਦੇ ਨਹੀਂ ਸਨ। ਉਪਰੋਕਤ ਸਾਰੇ ਲੀਡਰ ਚੋਟੀ ਦੇ ਵਕੀਲ ਸਨ ਤੇ ਵਿਦੇਸ਼ਾਂ ਦੇ ਨਾਮੀ ਸਕੂਲਾਂ ਕਾਲਜਾਂ ਦੇ ਪੜ੍ਹੇ ਹੋਏ ਸਨ। ਅੰਗਰੇਜ਼ੀ ਕਲਚਰ ਦੇ ਭੇਤੀ ਤੇ ਨਿਝੱਕ ਹੋ ਕੇ ਲਾਟਾਂ ਤੇ ਅੰਗਰੇਜ਼ੀ ਸਰਕਾਰ ਦੇ ਆਲਾ ਅਹੁਦੇਦਾਰਾਂ ਨਾਲ ਗੱਲਬਾਤ ਕਰ ਲੈਂਦੇ ਸਨ ਤੇ ਬਹੁਤ ਸਾਰੀਆਂ ਗੱਲਾਂ ਮਨਵਾ ਵੀ ਲੈਂਦੇ ਸਨ। ਪਰ ਦੂਜੇ ਪਾਸੇ ਮਾਸਟਰ ਤਾਰਾ ਸਿੰਘ, ਜੋ ਆਪਣੇ ਆਪ ਨੂੰ ਸਿੱਖਾਂ ਦਾ ਵਾਹਦ ਲੀਡਰ ਕਹਿੰਦਾ ਸੀ, ਸਿਰਫ ਇੱਕ ਸਕੂਲ ਮਾਸਟਰ ਸੀ। ਸਕੂਲ ਮਾਸਟਰਾਂ ਦਾ ਵਾਹ ਨਿੱਕੇ ਨਿੱਕੇ ਦਿਮਾਗ ਵਾਲੇ ਬੱਚਿਆਂ ਨਾਲ ਪੈਂਦਾ ਹੈ, ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਸ਼ਿਕਾਇਤਾਂ ਹੁੰਦੀਆਂ ਹਨ। ਮਾਸਟਰ ਜੀ, ਫਲਾਣਾ ਮੁੰਡਾ ਮੇਰੀ ਦਵਾਦ ਵਿੱਚੋਂ ਡੋਬੇ ਲਾਈ ਜਾਂਦਾ ਜੇ। ਮਾਸਟਰ ਕਹੇਗਾ, ਨਾ ਬਈ, ਉਹਦੀ ਦਵਾਦ ਵਿੱਚੋਂ ਡੋਬੇ ਨਾ ਲਾਇਆ। ਫਿਰ ਕੋਈ ਹੋਰ ਮੁੰਡਾ ਸ਼ਿਕਾਇਤ ਕਰੇਗਾ, ਮਾਸਟਰ ਜੀ, ਆ ਮੇਰੀ ਦਵਾਦ ਵਿੱਚੋਂ ਵੱਡੇ ਵੱਡੇ ਡੋਬੇ ਲਾਈ ਜਾਂਦਾ ਹੈ। ਪਹਿਲੇ ਨੂੰ ਸ਼ਿਕਾਇਤ ਸੀ ਸਿਰਫ ਡੋਬੇ ਲੈਣ ਦੀ, ਦੂਜੇ ਬੱਚੇ ਨੂੰ ਸ਼ਿਕਾਇਤ ਸੀ ਕਿ ਵੱਡੇ ਵੱਡੇ ਡੋਬੇ ਕਿਉਂ ਲਾਈ ਜਾਂਦਾ। ਇਸ ਕਿਸਮ ਦੇ ਵਾਤਾਵਰਣ ਵਿੱਚ ਰਹਿਣ ਵਾਲੇ ਲੋਕ ਕਰਾਉਣ ਦੇ ਅਧਿਕਾਰੀਆਂ ਨਾਲ ਕਿਹੜੇ ਦਿਮਾਗ ਨਾਲ ਗੱਲ ਕਰਦੇ, ਜਿਨ੍ਹਾਂ ਵਿੱਚ ਬੱਚਿਆਂ ਦੇ ਸਿਆਹੀ ਦੇ ਡੋਬੇ ਤੇ ਹੋਰ ਨਿੱਕੀਆਂ ਨਿੱਕੀਆਂ ਸ਼ਿਕਾਇਤਾਂ ਦਾ ਕਚਰਾ ਭਰਿਆ ਹੋਇਆ ਸੀ। ਇੱਕ ਵਾਰ ਮੈਂ ਬਾਪੂ ਜੋਗਿੰਦਰ ਸਿੰਘ ਮਾਨ, ਜੋ ਅਣਵੰਡੇ ਪੰਜਾਬ ਦੇ ਮੰਤਰੀ ਰਹੇ ਸਨ ਤੇ ਆਜ਼ਾਦ ਭਾਰਤ ਦੀ ਪੰਜਾਬ ਅਸੈਂਬਲੀ ਦੇ ਸਪੀਕਰ ਵੀ ਰਹਿ ਚੁੱਕੇ ਸਨ, ਨੂੰ ਪੁੱਛਿਆ ਕਿ ਚਲੋ ਆਮ ਲੋਕਾਂ ਨੂੰ ਤੇ ਮੁਲਕ ਦੇ ਦੋ ਟੁਕੜੇ ਹੋਣ ਦਾ ਪਤਾ ਨਾ ਲੱਗ ਸਕਿਆ, ਪਰ ਤੁਸੀਂ ਤਾਂ ਸਰਕਾਰ ਵਿੱਚ ਸੋ, ਤੁਹਾਨੂੰ ਵੀ ਕੁਝ ਨਾ ਪਤਾ ਲੱਗਾ, ਤੇ ਜੇ ਲੱਗ ਗਿਆ ਸੀ ਤਾਂ ਤੁਸੀਂ ਸਿੱਖਾਂ ਲਈ ਕੁਝ ਕੀਤਾ ਕਿਉਂ ਨਾ? ਬਾਪੂ ਜੀ ਨੇ ਕਿਹਾ, ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਕੀ ਕਰੀ ਜਾਂਦੇ ਸਨ, ਕਿਸੇ ਨੂੰ ਵੀ ਪਤਾ ਨਹੀਂ ਲੱਗਾ। ਬਲਦੇਵ ਸਿੰਘ ਪੜ੍ਹਿਆ ਲਿਖਿਆ ਸੀ ਪਰ ਢਿੱਡੋਂ ਬੇਈਮਾਨ ਸੀ। ਮਾਸਟਰ ਤਾਰਾ ਸਿੰਘ ਸਿੱਖ ਹੁੰਦਿਆਂ ਹੋਇਆਂ ਵੀ ਹਿੰਦੂ ਸੀ। ਜਦੋਂ ਕੋਈ ਗੱਲਬਾਤ ਹੁੰਦੀ, ਮਾਸਟਰ ਝੱਟ ਹਿੰਦੂਆਂ ਵਾਲੇ ਪਾਸੇ ਜਾ ਖਲੋਂਦਾ ਤੇ ਉਹ ਏਡੇ ਖਚਰੇ ਸਨ ਕਿ ਇਹਨਾਂ ਜਾਂ ਇਹਨੂੰ ਆਪਣਾ ਲੀਡਰ ਮੰਨ ਲੈਂਦੇ। ਗੱਲ ਉਹ ਸਿੱਖਾਂ ਦੀ ਕਰਦਾ, ਪਰ ਹੇਜ ਉਹਨੂੰ ਹਿੰਦੂਆਂ ਦਾ ਮਾਰਦਾ। ਉਤੋਂ ਭਾਵੇਂ ਮਾਸਟਰ ਜੋ ਮਰਜ਼ੀ ਕਹਿੰਦਾ ਰਹਿੰਦਾ, ਪਰ ਗਾਂਧੀ ਦਾ ਉਹ ਪਿੱਛ ਲੱਗ ਸੀ। ਛੋਟੀ ਛੋਟੀ ਸਲਾਹ ਵੀ ਗਾਂਧੀ ਨਾਲ ਕਰਦਾ। ਕਰਤਾਰ ਸਿੰਘ ਗਿਆਨੀ ਦਾ ਪਿਤਾ ਖੁੱਲ੍ਹੇਆਮ ਕਹਿੰਦਾ ਹੁੰਦਾ ਸੀ, ਮੈਂ ਆਪਣੇ ਪੁੱਤ ਨੂੰ ਨਿਕੰਮਾ ਕਰਕੇ ਘਰੋਂ ਕੱਢਿਆ, ਲੋਕਾਂ ਨੇ ਚੁੱਕ ਕੇ ਲੀਡਰ ਬਣਾ ਲਿਆ। ਜਿਸ ਗਿਆਨੀ ਕਰਤਾਰ ਸਿੰਘ ਨੂੰ ਪੰਥ ਦਾ ਦਿਮਾਗ ਕਹਿੰਦੇ ਸਨ, ਉਸਨੇ ਇੱਕ ਤਜਵੀਜ਼ ਬਰਤਾਨੀਆ ਸਰਕਾਰ ਨੂੰ ਭੇਜੀ ਸੀ ਕਿ ਮੁਲਕ ਦੀ ਵੰਡ ਹੋ ਜਾਣ ਦੀ ਸੂਰਤ ਵਿੱਚ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲੀ ਨੂੰ ਜਲੰਧਰ ਦੀ ਤਹਿਸੀਲ ਨਕੋਦਰ ਨਾਲ ਵਟਾ ਲਿਆ ਜਾਵੇ, ਕਿਉਂਕਿ ਗਿਆਨੀ ਆਪ ਜੜ੍ਹਾਂਵਾਲੇ ਦਾ ਰਹਿਣ ਵਾਲਾ ਸੀ। ਬਾਪੂ ਜੀ ਦੀ ਇਸ ਗੱਲ ਦੀ ਪੁਸ਼ਟੀ ਮੇਰੇ ਮਾਮੇ ਮਹਿੰਦਰ ਸਿੰਘ ਨੇ ਵੀ ਇੱਕ ਵਾਰ ਕੀਤੀ ਸੀ। ਤਜਵੀਜ਼ ਵਾਲੀ ਦਰਖਾਸਤ ਨਾਲ 1000 ਦਸਤਖਤ ਕਰਵਾ ਕੇ ਵੀ ਭੇਜੇ ਗਏ ਸਨ ਤੇ ਮੇਰੇ ਮਾਮੇ ਦੇ ਵੀ ਦਸਤਖਤ ਉਹਨਾਂ ਵਿੱਚ ਸਨ। ਪੰਥ ਦੇ ਦਿਮਾਗ ਨੂੰ ਨਵਾਂ ਮੁਲਕ ਬਣਨ ਦੀ ਪਰਿਭਾਸ਼ਾ ਦਾ ਵੀ ਪਤਾ ਨਹੀਂ ਸੀ। ਉਸ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਮੁਲਕ ਬਣਦੇ ਹਨ ਤਾਂ ਸਰਹੱਦਾਂ ਤੇ ਬੁਰਜੀਆਂ ਲੱਗ ਜਾਂਦੀਆਂ ਹਨ ਤੇ ਫੌਜ ਗਸ਼ਤ ਕਰਦੀ ਹੈ। ਉਹਨਾਂ ਦੀ ਤਜਵੀਜ਼ ਮੁਤਾਬਕ ਤਾਂ ਭਾਰਤ ਵਿੱਚ ਪਾਕਿਸਤਾਨ ਦੇ ਰੂਪ ਵਿੱਚ ਤਹਿਸੀਲ ਨਕੋਦਰ ਹੁੰਦੀ ਤੇ ਉਧਰ ਪਾਕਿਸਤਾਨ ਵਿੱਚ ਭਾਰਤ ਦਾ ਨਿੱਕਾ ਜਿਹਾ ਟੁਕੜਾ ਤਹਿਸੀਲ ਜੜ੍ਹਾਂਵਾਲੀ ਹੁੰਦਾ। ਮਾਸਟਰ ਤਾਰਾ ਸਿੰਘ ਉੱਤੇ ਉਸਦੇ ਹਿੰਦੂ ਪਰਿਵਾਰ ਦਾ
ਕਿੰਨਾ ਦਬਾਅ ਸੀ ਦਾ ਪਤਾ ਬਿਮਲਾ ਆਨੰਦ ਦੀ ਕਿਤਾਬ ਮਾਸਟਰ ਤਾਰਾ ਸਿੰਘ ਦੇ ਪੰਨਾ 3 ਤੋਂ ਲੱਗਦਾ ਹੈ। ਜਦੋਂ ਨਾਨਕ ਚੰਦ ਤੋਂ ਤਾਰਾ ਸਿੰਘ ਬਣਿਆ, ਤਾਰਾ ਸਿੰਘ ਸਿਰ ਤੇ ਪੱਗ ਬੰਨੀ ਤੇ ਗਲ ਵਿੱਚ ਕਿਰਪਾਨ ਸਜਾਈ ਆਪਣੇ ਪਿੰਡ ਪੁੱਜਿਆ ਤਾਂ ਉਹਦਾ ਪਿਤਾ ਅਤੇ ਵੱਡਾ ਭਰਾ ਗੰਗਾ ਰਾਮ ਬੜੇ ਨਾਰਾਜ਼ ਤੇ ਦੁਖੀ ਹੋਏ ਅਤੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਸਿੱਖ ਨਾ ਬਣੇ, ਬਲਕਿ ਉਸਦੇ ਪਿਤਾ ਨੇ ਤਾਂ ਤਾਰਾ ਸਿੰਘ ਨੂੰ ਇੱਥੋਂ ਤੱਕ ਡਰਾਵਾ ਦਿੱਤਾ ਕਿ ਜੇਕਰ ਉਸਨੇ ਸਿੱਖ ਬਣੇ ਰਹਿਣ ਦਾ ਵਿਚਾਰ ਨਾ ਤਿਆਗਿਆ ਤਾਂ ਉਹ ਬੇਦਖਲ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਘਰ ਛੱਡਣਾ ਪਵੇਗਾ। ਹਿੰਦੂ ਸ਼ੁਰੂ ਤੋਂ ਹੀ ਸਿੱਖ ਦਿੱਖ ਵਾਲੇ ਕਿਸੇ ਵੀ ਬੰਦੇ ਨੂੰ ਨਫ਼ਰਤ ਕਰਦੇ ਹਨ। ਜਿਹੜੀ ਨਾ ਮਿਲਵਰਤਨ ਲਹਿਰ ਮਹਾਤਮਾ ਗਾਂਧੀ ਨੇ ਬਹੁਤ ਬਾਅਦ ਵਿੱਚ ਸ਼ੁਰੂ ਕੀਤੀ, ਉਹ ਬਾਬਾ ਰਾਮ ਸਿੰਘ ਨੇ ਕਈ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਡਾਕ ਤਾਰ ਵਗੈਰਾ ਦਾ ਪ੍ਰਬੰਧ ਉਹਨਾਂ ਨੇ ਆਪਣਾ ਸ਼ੁਰੂ ਕੀਤਾ ਸੀ। ਅੰਗਰੇਜ਼ਾਂ ਦੀ ਰੇਲ ਦਾ ਉਹਨਾਂ ਮੁਕੰਮਲ ਬਾਈਕਾਟ ਕੀਤਾ ਸੀ। ਖੂਹ ਵਿੱਚੋਂ ਡੋਲੂ ਤੇ ਲੱਜ ਨਾਲ ਪਾਣੀ ਕੱਢ ਕੇ ਪੀਂਦੇ ਸਨ, ਪਰ ਕਿਉਂਕਿ ਵੇਖਣ ਨੂੰ ਉਹ ਸਿੱਖ ਲੱਗਦੇ ਸਨ, ਇਸ ਲਈ ਭਾਰਤੀਆਂ ਨੇ ਉਹਨਾਂ ਦਾ ਸਾਥ ਨਾ ਦਿੱਤਾ। ਪਰ ਗਾਂਧੀ ਦੁਆਰਾ ਚਲਾਈ ਹੋਈ ਇਸੇ ਲਹਿਰ ਦਾ ਭਰਪੂਰ ਸਮਰਥਨ ਕੀਤਾ। ਭਗਤ ਸਿੰਘ ਵੀ ਇਸੇ ਕਰਕੇ ਹੀ ਹਿੰਦੂ ਵੇਸ਼ ਵਿੱਚ ਰਿਹਾ ਤਾਂ ਕਿ ਭਾਰਤੀ ਲੋਕ ਉਸ ਦੀ ਕੁਰਬਾਨੀ ਨੂੰ ਮੰਨ ਲੈਣ। ਜੇ ਪੰਜਾਬ ਵਿੱਚ ਮਾਸਟਰ ਤਾਰਾ ਸਿੰਘ ਦਾ ਪਿਤਾ ਹਿੰਦੂ ਗੋਪੀ ਚੰਦ ਸਿੱਖ ਬਣਨ ਤੇ ਆਪਣੇ ਪੁੱਤ ਨੂੰ ਬੇਦਖਲ ਕਰਨ ਤੱਕ ਚਲਾ ਗਿਆ ਸੀ ਤਾਂ ਪੂਰੇ ਭਾਰਤ ਨੂੰ ਸਿੱਖ ਚੰਗਾ ਕਿਉਂ ਲੱਗਦਾ? ਇਹ ਸਭ ਗੱਲਾਂ ਦੇ ਹੁੰਦਿਆਂ ਹੋਇਆਂ ਵੀ ਹਿੰਦੂ ਉੱਤੋਂ ਸਿੱਖਾਂ ਦਾ ਹੇਜ ਕਰਦੇ ਹਨ। ਮਾਸਟਰ ਤਾਰਾ ਸਿੰਘ ਨੇ 29 ਅਗਸਤ 1964 ਨੂੰ ਸੰਦੀਪਣੀ ਆਸ਼ਰਮ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਬੈਠਕ ਵਿੱਚ ਭਾਸ਼ਣ ਕਰਦਿਆਂ ਕਿਹਾ, ਧਰਮ ਦੀ ਰੱਖਿਆ ਹੀ ਸਾਡਾ ਧਰਮ ਹੈ। ਖਾਲਸਾ ਪੰਥ ਦੀ ਸਾਜਣਾ ਹੀ ਇਸ ਖਾਤਰ ਕੀਤੀ ਗਈ ਸੀ। ਮੈਂ ਕਦੀ ਹਿੰਦੂ ਧਰਮ ਨੂੰ ਤਿਲਾਂਜਲੀ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਵੇਦਾਂ, ਪੁਰਾਣਾਂ ਤੇ ਹੋਰ ਪ੍ਰਾਚੀਨ ਗ੍ਰੰਥਾਂ ਦੇ ਆਧਾਰ ਉੱਤੇ ਢੇਰ ਸਾਰੇ ਗੁਰਮੁਖੀ ਸਾਹਿਤ ਦੀ ਸਿਰਜਣਾ ਕੀਤੀ। ਕਿ ਅਸੀਂ ਇਸ ਪਰੰਪਰਾ ਨੂੰ ਛੱਡ ਦੇਵਾਂਗੇ? ਦਰਅਸਲ ਹਿੰਦੂ ਅਤੇ ਸਿੱਖ ਦੋ ਅੱਡ-ਅੱਡ ਫਿਰਕੇ ਨਹੀਂ ਹਨ। ਲੋਕਾਂ ਦੇ ਨਾਂ ਸਿੱਖਾਂ ਵਾਲੇ ਹੁੰਦਿਆਂ ਹੋਇਆਂ ਵੀ ਉਹਨਾਂ ਦੀਆਂ ਦਾੜੀਆਂ ਕੁਤਰੀਆਂ ਹੁੰਦੀਆਂ ਹਨ, ਜਦੋਂ ਕਿ ਮੋਨੇ ਲੋਕ ਸਿੱਖ ਵੀ ਹੁੰਦੇ ਹਨ ਤੇ ਗੁਰੂ ਘਰ ਦੇ ਸੇਵਕ ਵੀ। ਹਿੰਦੂ ਧਰਮ ਦੀ ਹੋਂਦ ਹੈ ਤਾਂ ਸਿੱਖ ਪੰਥ ਹੈ। ਅਗਰ ਸਿੱਖ ਪੰਥ ਹੈ ਤਾਂ ਹਿੰਦੂ ਧਰਮ ਜੀਵਤ ਹੈ। ਦੋਵੇਂ ਵੱਖ-ਵੱਖ ਭਾਈਚਾਰੇ ਨਹੀਂ, ਸਗੋਂ ਹਕੀਕਤ ਵਿੱਚ ਇੱਕ ਹੀ ਹਨ। ਆਪਸੀ ਵਿਸ਼ਵਾਸ ਦੀ ਕਮੀ ਹੀ ਇੱਕੋ ਇੱਕ ਸਮੱਸਿਆ ਹੈ। ਇਹ ਸਮੱਸਿਆ ਵੀ ਹੱਲ ਹੋਣੀ ਚਾਹੀਦੀ ਹੈ। ਜ਼ਿੰਦਗੀ ਦੇ ਆਖਰੀ ਸਵਾਸਾਂ ਵੇਲੇ ਮੈਂ ਇਹਨਾਂ ਸਮੱਸਿਆਵਾਂ ਨੂੰ ਹੱਲ ਹੋਈਆਂ ਵੇਖਣਾ ਚਾਹੁੰਦਾ ਹਾਂ। ਹਿੰਦੂ ਨਵ ਜਾਗਰਤੀ ਦੀ ਲਹਿਰ ਬੜੀ ਜ਼ਰੂਰੀ ਹੋ ਗਈ ਹੈ ਅਤੇ ਇਹ ਲਹਿਰ ਹਰ ਹਾਲਤ ਵਿੱਚ ਚੱਲੇਗੀ। ਅਗਰ ਸ੍ਰੀ ਗੁਰੂ ਗੋਲਵਲਕਰ ਜੀ ਅੱਗੇ ਲੱਗ ਕੇ ਤੁਰਦੇ ਹਨ ਤਾਂ ਇਹ ਕੰਮ ਬਹੁਤ ਆਸਾਨ ਹੋ ਜਾਵੇਗਾ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਮਾਸਟਰ ਤਾਰਾ ਸਿੰਘ ਜੋ ਆਪਣੇ ਆਪ ਨੂੰ ਪੰਥ ਰਤਨ ਅਤੇ ਸਿੱਖਾਂ ਦਾ ਵਾਹਦ ਲੀਡਰ ਕਹਿੰਦਾ ਸੀ, ਇਹ ਗੱਲ ਉਦੋਂ ਕਰ ਰਿਹਾ ਸੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ ਤੇ ਚੱਲ ਰਿਹਾ। ਜੇ ਹਿੰਦੂਆਂ ਨਾਲ ਏਡਾ ਹੀ ਹੇਜ ਸੀ ਤਾਂ ਫਿਰ ਵੱਖਰਾ ਪੰਜਾਬੀ ਸੂਬਾ ਕਾਹਦੇ ਲਈ ਮੰਗਦਾ? ਮਹਾਰਾਜਾ ਰਣਜੀਤ ਸਿੰਘ ਦੇ ਸਹੁਰਿਆਂ ਦੇ ਪਿੰਡ ਦਾ ਇੱਕ ਮਰਾਸੀ ਇਮਾਮ ਬਖਸ਼ ਇੱਕ ਦਿਨ ਮਹਾਰਾਜਾ ਸਾਹਿਬ ਦੇ ਦਰਬਾਰ ਵਿੱਚ ਆਇਆ ਤੇ ਸਲਾਮ ਦੁਆ ਕਰਕੇ ਕਹਿਣ ਲੱਗਾ, ਮਹਾਰਾਜ, ਰਾਤੀ ਮੇਰੇ ਸੁਪਨੇ ਵਿੱਚ ਤੁਹਾਡੇ ਬਾਪੂ ਜੀ ਆਏ ਸਨ ਤੇ ਮੈਨੂੰ ਕਹਿ ਗਏ ਸਨ ਕਿ ਸਵੇਰੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਜਾ ਕੇ ਨਾਮ ਲੈ ਆਵੀਂ। ਮੈਂ ਉਹਨੂੰ ਕਹਿ ਦਿੱਤਾ ਹੈ। ਮਹਾਰਾਜਾ ਸਾਹਿਬ ਕਹਿਣ ਲੱਗੇ, ਅੱਛਾ, ਰਾਤੀ ਬਾਪੂ ਜੀ ਮੇਰੇ ਸੁਪਨੇ ਵਿੱਚ ਵੀ ਆਏ ਸਨ ਤੇ ਕਹਿ ਕੇ ਗਏ ਹਨ ਕਿ ਜਦੋਂ ਇਮਾਮ ਬਖਸ਼ ਇੱਥੇ ਆਵੇ ਮਾਰ ਘਸੁੰਨ ਉਹਦੀਆਂ ਦਾੜਾਂ ਕੱਢ ਦੇਵੀਂ। ਮਰਾਸੀ ਨੇ ਭੈੜਾ ਜਿਹਾ ਮੂੰਹ ਬਣਾ ਕੇ ਕਿਹਾ, ਬੜਾ ਉਂਤਰਾ ਹੈ ਤੁਹਾਡਾ ਪਿਓ, ਤੁਹਾਨੂੰ ਕੁਝ ਆਂਦਾ ਹੈ ਤੇ ਸਾਨੂੰ ਕੁਝ ਹੋਰ ਹੀ ਦੱਸਦਾ। ਉਹ ਗੱਲ ਤਾਰਾ ਸਿੰਘ ਦੀ ਸੀ। ਉਧਰ ਹਿੰਦੂਆਂ ਨਾਲ ਜੱਫੀਆਂ ਪਾਈ ਫਿਰਦਾ ਸੀ ਤੇ ਦੂਜੇ ਪਾਸੇ ਸਿੱਖਾਂ ਨੂੰ ਸੂਬੇ ਦੇ ਮੋਰਚੇ ਵਿੱਚ ਫਸਾਇਆ ਹੋਇਆ ਸੀ। ਗੁਰੂ ਨਾਨਕ ਜੀ ਦੇ ਪੁੱਤਰ ਸ਼੍ਰੀ ਚੰਦ ਦੀ ਗੱਦੀ ਤੇ ਬਿਰਾਜਮਾਨ ਮੌਜੂਦਾ ਗੱਦੀਦਾਰ ਈਸ਼ਵਰ ਦਾਸ
ਸ਼ਾਸਤਰੀ ਦੱਸ ਰਿਹਾ ਸੀ, ਅਖੇ ਮੈਂ ਇੰਗਲੈਂਡ ਗਿਆ ਤੇ ਬੜੀ ਕੋਸ਼ਿਸ਼ ਕਰਨ ਤੇ ਵੀ ਮੈਨੂੰ ਕੋਈ ਅੰਮ੍ਰਿਤਧਾਰੀ ਪਰਿਵਾਰ ਨਹੀਂ ਲੱਭਾ ਜਿਹਦੇ ਘਰੋਂ ਮੈਂ ਰੋਟੀ ਖਾ ਸਕਦਾ। ਲਾਗੇ ਬੈਠੇ ਇੱਕ ਸੱਜਣ ਨੇ ਕਿਹਾ, ਸਵਾਮੀ ਜੀ ਤੁਹਾਡਾ ਅੰਮ੍ਰਿਤਧਾਰੀ ਸਿੰਘ ਨਾਲ ਕੀ ਸੰਬੰਧ? ਤੁਹਾਡਾ ਸ਼੍ਰੀ ਚੰਦ ਤੇ ਸਿੱਖ ਵੀ ਨਹੀਂ ਸੀ। ਤੁਹਾਡਾ ਸ਼੍ਰੀ ਚੰਦ ਤੇ ਸਿੱਖ ਵੀ ਨਹੀਂ ਸੀ ਤੇ ਨਾ ਹੀ ਤੁਸੀਂ ਹੋ, ਫਿਰ ਤੁਸੀਂ ਅੰਮ੍ਰਿਤਧਾਰੀ ਪਰਿਵਾਰ ਕਿਉਂ ਲੱਭਦੇ ਫਿਰਦੇ ਸੀ? ਕਿਸੇ ਵੀ ਹਿੰਦੂ ਦੇ ਘਰੋਂ ਰੋਟੀ ਖਾ ਲੈਂਦੇ। ਸਿੱਖ ਧਰਮ ਨੇ ਬ੍ਰਾਹਮਣੀ ਘੁਸਪੈਠ ਨੂੰ ਇੰਨਾ ਸਵੀਕਾਰ ਕਰ ਲਿਆ ਹੈ ਕਿ ਇਹਨਾਂ ਨੂੰ ਭਲੇ ਬੁਰੇ ਦੀ ਪਛਾਣ ਵੀ ਭੁੱਲ ਚੁੱਕੀ ਹੈ। ਮਹਾਤਮਾ ਸੰਤੋਖ ਦਾਸ ਤੇ ਪ੍ਰੀਤਮ ਦਾਸ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਾਸਤੇ ਹੰਸਲੀ ਬਣਾਈ ਸੀ, ਜਿਸ ਰਾਹੀਂ ਜਲ ਸਰੋਵਰ ਵਿੱਚ ਪੈਂਦਾ ਸੀ। ਹੰਸਲੀ ਉੱਪਰੋਂ ਖੁੱਲੀ ਹੋਣ ਕਰਕੇ ਲੋਕ ਟੱਟੀ ਪਿਸ਼ਾਬ ਵੀ ਉਸੇ ਵਿੱਚ ਹੀ ਚਲੇ ਜਾਂਦੇ ਸਨ। ਵੈਸੇ ਵੀ ਖੁੱਲੇ ਪਾਣੀ ਵਿੱਚ ਜਾਨਵਰ ਨਹਾਉਂਦੇ ਪਿਸ਼ਾਬ ਤੇ ਗੋਹਾ ਕਰ ਦਿੰਦੇ ਹਨ। ਕੁੱਤੇ ਵੀ ਖੁੱਲੇ ਪਾਣੀ ਵਿੱਚ ਨਹਾਉਂਦੇ ਰਹਿੰਦੇ ਹਨ। ਸਿੱਖ ਬੜੀ ਸ਼ਰਧਾ ਨਾਲ ਸਰੋਵਰ ਚੋਂ ਚਰਨਾਮ੍ਰਿਤ ਲੈਂਦੇ ਤੇ ਇਸ਼ਨਾਨ ਕਰਦੇ ਹਨ। ਇਸ ਲਈ ਇਸ ਜਲ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਟਿਊਬਵੈੱਲ ਲਵਾ ਕੇ ਉਸ ਦਾ ਪਾਣੀ ਸਰੋਵਰ ਵਿੱਚ ਪਾ ਦਿੱਤਾ ਤੇ ਹੰਸਲੀ ਬੰਦ ਕਰ ਦਿੱਤੀ। ਪਰ ਸਿੱਖਾਂ ਨੇ ਉਸ ਅੰਗਰੇਜ਼ ਅਫਸਰ ਦੀ ਸ਼ਲਾਘਾ ਕਰਨ ਦੀ ਥਾਂ ਅਸਮਾਨ ਸਿਰ ਤੇ ਚੁੱਕ ਲਿਆ। ਅਖੀਰ ਉਹਨੇ ਟਿਊਬਵੈੱਲ ਬੰਦ ਕਰ ਦਿੱਤਾ ਤੇ ਹੰਸਲੀ ਮੁੜ ਚਾਲੂ ਕਰਵਾ ਦਿੱਤੀ। ਚਾਹੀਦਾ ਤਾਂ ਇਹ ਸੀ ਕਿ ਜਦੋਂ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂਆਂ ਦੇ ਜਿਹੜੇ ਪੁੱਤਰਾਂ ਨੂੰ ਗੱਦੀ ਨਹੀਂ ਸੀ ਮਿਲੀ ਉਹਨਾਂ ਨੂੰ ਤਿਆਗ ਦਿੰਦੇ, ਪਰ ਇੱਥੇ ਤਾਂ ਬਰਾਬਰ ਸਭ ਦੀ ਪੂਜਾ ਹੋ ਰਹੀ ਹੈ। ਵਡਭਾਗੀਏ, ਧੀਰ ਮੱਲੀਏ, ਸ਼੍ਰੀ ਚੰਦੀਏ ਇਹ ਸਭ ਭੁੱਲਣਯੋਗ ਸਨ, ਪਰ ਉਹਨਾਂ ਦੇ ਡੇਰਿਆਂ ਤੇ ਵੀ ਸਿੱਖ ਉੱਦਾਂ ਹੀ ਜਾਂਦੇ ਹਨ ਜਿਵੇਂ ਹਰਿਮੰਦਰ ਸਾਹਿਬ ਜਾਂਦੀ ਹੈ। ਜਿੱਥੇ ਲਾਇਕ ਨਲਾਇਕ ਦਾ ਕੋਈ ਫਰਕ ਹੀ ਨਹੀਂ, ਉਹ ਧਰਮ ਹੋਰ ਕਿੰਨਾ ਕੁ ਚੱਲਣਾ ਸੀ। ਤੇ ਇਹ ਹੋਇਆ ਸਭ ਕੁਝ ਬ੍ਰਾਹਮਣ ਦੇ ਚੱਕਰਵਿਊਹ ਵਿੱਚ ਫਸ ਕੇ ਹੈ। ਇਹ ਗੁਰੂਆਂ ਦੇ ਬਾਗੀ ਮੁੰਡੇ ਸਰਕਾਰ ਲਈ ਬੜੇ ਫਾਇਦੇਮੰਦ ਸਨ, ਪਰ ਸਿੱਖੀ ਲਈ ਹਾਨੀਕਾਰਕ। ਹਰ ਗੁਰੂ ਦੇ ਇਤਿਹਾਸ ਨੂੰ ਹਿੰਦੂ ਅਵਤਾਰਾਂ ਦੇ ਇਤਿਹਾਸ ਨਾਲ ਜੋੜਿਆ ਗਿਆ ਹੈ। ਕ੍ਰਿਸ਼ਨ ਜੀ ਨੂੰ ਮਾਰਨ ਲਈ ਪੂਤਨਾ ਨੇ ਥਣਾ ਨੂੰ ਜ਼ਹਿਰ ਲਾਇਆ, ਉਹ ਵੀ ਡਰਾਮਾ ਬ੍ਰਾਹਮਣ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਦਾ ਰਾਜ ਸੁੱਟਿਆ। ਜੋ ਤਰੀਕਾ ਕ੍ਰਿਸ਼ਨ ਦਾ ਗੋਪੀਆਂ ਦੇ ਘੜੇ ਤੋੜਨ ਦਾ ਸੀ, ਉਹੀ ਡਰਾਮਾ ਸੰਜੀਦਾ ਤੇ ਦੂਰ ਅੰਦੇਸ਼ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ। ਅਖੇ ਜਦੋਂ ਗੁਰੂ ਜੀ ਪਾਣੀ ਲੈਣ ਗਈਆਂ ਔਰਤਾਂ ਦੇ ਘੜੇ ਤੀਰ ਮਾਰ ਕੇ ਤੋੜ ਦਿੰਦੇ ਤਾਂ ਉਹਨਾਂ ਦੀ ਸ਼ਿਕਾਇਤ ਤੇ ਮਾਤਾ ਜੀ ਉਹਨਾਂ ਨੂੰ ਘੜਿਆਂ ਵੱਟੇ ਗਾਗਰਾਂ ਦੇ ਦਿੰਦੇ। ਇੱਕ ਛੋਟਾ ਬੱਚਾ ਜਿਸ ਦੀ ਉਮਰ 6-7 ਸਾਲ ਦੀ ਹੋਵੇਗੀ ਤੇ ਉਹ ਤੀਰ ਮਾਰ ਕੇ ਘੜਾ ਤੋੜ ਦਿੰਦੇ ਸਨ ਤਾਂ ਕਈ ਜਨਾਨੀਆਂ ਕਾਣੀਆਂ ਵੀ ਜ਼ਰੂਰ ਹੋਈਆਂ ਹੋਣਗੀਆਂ। ਪਹਿਲੀ ਗੱਲ ਤਾਂ ਐਡੇ ਛੋਟੇ ਬੱਚੇ ਕੋਲੋਂ ਘੜਾ ਹੀ ਟੁੱਟ ਨਹੀਂ ਸਕਦਾ। ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਸਤਿਗੁਰਾਂ ਦੀ ਸ਼ੋਭਾ ਨੂੰ ਘੱਟ ਹੀ ਕਰਦੀਆਂ ਹਨ, ਵਧਾਉਂਦੀਆਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੀ ਸਿੱਖ ਸਮਝੌਤਾਵਾਦੀ ਹੋ ਚੁੱਕੇ ਸਨ ਤੇ ਸਿੱਖੀ ਦੇ ਅਸੂਲਾਂ ਨਾਲ ਵੀ ਸਮਝੌਤਾ ਕਰ ਲੈਂਦੇ ਸਨ। ਜਦੋਂ ਮਹੰਤਾਂ ਨੇ ਦਰਬਾਰ ਸਾਹਿਬ ਕੜਾਹ ਪ੍ਰਸ਼ਾਦ ਕਰਵਾਉਣ ਗਏ ਦਲਿਤਾਂ ਨੂੰ ਅਕਾਲ ਤਖਤ ਤੇ ਨਾ ਜਾਣ ਦਿੱਤਾ ਤਾਂ ਇਹ ਮਾਮਲਾ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਨਜਿੱਠਿਆ ਗਿਆ। ਜਿਵੇਂ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸਮਝੌਤਾ ਕਰਨ ਨੂੰ ਜੀ ਕਰਦਾ ਸੀ, ਪਰ ਪਾਰਟੀ ਨਹੀਂ ਸੀ ਮੰਨਦੀ, ਤਾਂ ਉਸਨੇ ਵੀ ਇਹੀ ਚੱਕਰ ਚਲਾਕੀ ਕੀਤੀ ਸੀ ਤੇ ਵਾਗ ਲੈ ਕੇ ਦਿੱਲੀ ਭੱਜ ਗਿਆ ਸੀ ਤੇ ਜਾ ਕੇ ਸਮਝੌਤਾ ਕਰਾਇਆ ਸੀ। ਹਾਲਾਂਕਿ ਉਸ ਵਾਗ ਦਾ ਇਸ ਤਰ੍ਹਾਂ ਦਾ ਕੋਈ ਵੀ ਮਤਲਬ ਨਹੀਂ ਸੀ ਬਣਦਾ। ਅਕਾਲ ਤਖਤ ਸਾਹਿਬ ਤੇ ਜਦੋਂ ਵਾਗ ਲਿਆ ਗਿਆ ਤਾਂ ਵਾਗ ਦੀ ਪਹਿਲੀ ਪੰਕਤੀ ਸੀ, ਨਿਗੁਣਿਆਂ ਨੂੰ ਆਪ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਵੇਖਿਆ ਜਾਵੇ ਤਾਂ ਨਿਗੁਣੇ ਕੌਣ ਸਨ? ਉਹ ਦਲਿਤ ਜਿਹੜੇ ਪ੍ਰਸ਼ਾਦ ਕਰਵਾਉਣ ਆਏ ਸਨ ਕਿ ਉਹਨਾਂ ਨੂੰ ਰੋਕਣ ਵਾਲੇ ਮਹੰਤ। ਮੰਨ ਲਓ ਜੇ ਸਲੋਕ ਨਾ ਆਉਂਦਾ ਤਾਂ ਫਿਰ ਕੀ ਗੁਰੂ ਘਰ ਵਿੱਚੋਂ ਬਰਾਬਰੀ ਦਾ ਅਸੂਲ ਖਤਮ ਹੋ ਜਾਂਦਾ? ਕੀ ਫਿਰ ਦਲਿਤ ਲੋਕ ਅੰਮ੍ਰਿਤ ਨਾ ਛਕ ਸਕਦੇ? ਕੀ ਵਾਕ ਨੂੰ ਆਧਾਰ ਬਣਾ ਕੇ ਸਿੱਖ ਸਮਝੌਤਾ ਕਰਕੇ ਅਸੂਲ ਛੱਡ ਦਿੰਦੇ? ਜਲਿਆਂਵਾਲੇ ਬਾਗ ਵਿੱਚ ਗੋਲੀ ਚਲਾ ਕੇ ਹਜ਼ਾਰਾਂ ਹੀ ਬੇਦੋਸ਼ੇ ਲੋਕਾਂ ਨੂੰ ਸ਼ਹੀਦ ਕਰਨ ਵਾਲੇ ਉਡਵਾਇਰ ਨੂੰ, ਜਿਸ ਨੂੰ ਬਾਅਦ ਵਿੱਚ ਇੰਗਲੈਂਡ ਜਾ ਕੇ ਸ਼ਹੀਦ ਊਧਮ ਸਿੰਘ ਨੇ ਮਾਰਿਆ ਸੀ,
ਇੱਕ ਖਾਨਦਾਨੀ ਸਿੱਖ ਅਰੂੜ ਸਿੰਘ, ਜੋ ਉਸ ਵੇਲੇ ਦਰਬਾਰ ਸਾਹਿਬ ਸਮੂਹ ਦਾ ਸਰਬਰਾਹ ਸੀ, ਨੇ ਉਡਵਾਇਰ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੱਖ ਸੱਜ ਜਾਓ। ਉਸਨੇ ਕਿਹਾ, ਮੈਂ ਤਾਂ ਮੋਨਾ ਹਾਂ ਤੇ ਵਾਲ ਰੱਖਣ ਦਾ ਮੇਰਾ ਕੋਈ ਇਰਾਦਾ ਨਹੀਂ। ਤਾਂ ਅਰੂੜ ਸਿੰਘ ਨੇ ਕਿਹਾ, ਅਸੀਂ ਤੁਹਾਨੂੰ ਕੇਸ ਰੱਖਣ ਤੋਂ ਛੋੜ ਦਿਆਂਗੇ। ਉਸਨੇ ਕਿਹਾ, ਮੈਂ ਤਾਂ ਸਿਗਰਟਾਂ ਬੜੀਆਂ ਫੂਕਦਾ ਹਾਂ ਤੇ ਮੈਂ ਛੱਡ ਨਹੀਂ ਸਕਦਾ। ਤਾਂ ਅਰੂੜ ਸਿੰਘ ਨੇ ਕਿਹਾ, ਅਸੀਂ ਤੁਹਾਨੂੰ ਇਹ ਛੋੜ ਦੇ ਦਿਆਂਗੇ ਕਿ ਤੁਸੀਂ ਹੌਲੀ ਹੌਲੀ ਘੱਟ ਕਰ ਦਿਓ। 1 ਸਾਲ ਵਿੱਚ 1 ਸਿਗਰਟ ਘਟਾ ਦਿਓ। ਲੱਖ ਲਾਹਨਤ ਹੈ ਇਹੋ ਜਿਹੇ ਸਿੱਖ ਦੇ। ਗੁਰੂ ਦਾ ਤਾਂ ਘੋੜਾ ਤੰਬਾਕੂ ਦੀ ਗੰਦੀ ਬੋ ਕਰਕੇ ਖੇਤ ਵਿੱਚ ਨਹੀਂ ਸੀ ਵੜਿਆ, ਤੇ ਇੱਧਰ ਇੱਕ ਤੰਬਾਕੂ ਫੂਕਣ ਵਾਲੇ ਨੂੰ ਸਿੱਖ ਬਣਨ ਲਈ ਪ੍ਰੇਰਿਆ ਜਾ ਰਿਹਾ ਹੈ, ਤੇ ਉਹ ਵੀ ਤੰਬਾਕੂ ਪੀਂਦੇ ਰਹਿਣ ਦੀ ਛੋਟ ਦੇ ਕੇ। ਇਸ ਤੋਂ ਜ਼ਿਆਦਾ ਸਿੱਖ ਸਮਝੌਤਾਵਾਦੀ ਹੋਰ ਕੀ ਹੋ ਸਕਦਾ ਹੈ। ਸਿੱਖ ਆਪਣੇ ਆਪ ਵਿੱਚ ਕੁਝ ਵੀ ਨਹੀਂ ਸਨ, ਤੇ ਇਹਨਾਂ ਦੀ ਸਾਰੀ ਨਿਰਭਰਤਾ ਕਾਂਗਰਸ ਦੇ ਲੀਡਰਾਂ ਨਹਿਰੂ ਤੇ ਗਾਂਧੀ ਤੇ ਸੀ। ਕਾਂਗਰਸ ਦੇ ਲੀਡਰ ਠੱਗਾਂ ਦਾ ਇੱਕ ਟੋਲਾ ਤੇ ਬਘਿਆੜ ਰੂਪ ਸਨ, ਪਰ ਸਿੱਖ ਬੇਵਕੂਫ ਤੇ ਨਾ ਸਮਝ ਲੇਲੇ ਸਨ। ਇਸ ਤਰ੍ਹਾਂ ਬਘਿਆੜ ਲੇਲੇ ਨੂੰ ਨਿਕਲ ਗਿਆ, ਤੇ ਨਤੀਜਾ ਸਿੱਖ ਨਾ ਘਰਦੇ ਰਹੇ ਤੇ ਨਾ ਘਾਟ ਦੇ। ਸਿੱਖ ਸਦਾ ਰਾਸ਼ਟਰ ਦੇ ਹੀ ਮਾਮੇ ਬਣਦੇ ਰਹੇ ਤੇ ਅਕਲ ਦੀ ਗੱਲ ਕੋਈ ਨਾ ਕੀਤੀ। ਇਹ ਮੁਸਲਮਾਨਾਂ ਤੇ ਹਿੰਦੂਆਂ ਦਰਮਿਆਨ ਫੁੱਟਬਾਲ ਹੀ ਬਣੇ ਰਹੇ। ਆਪਣੇ ਪੈਰਾਂ ਤੇ ਖਲੋ ਕੇ ਤੇ ਆਪਣੇ ਬਲਬੂਤੇ ਤੇ ਵੱਖਰਾ ਮੁਲਕ ਨਹੀਂ ਮੰਗਿਆ। ਇਤਿਹਾਸ ਪੜ੍ਹਨ ਤੇ ਪੂਰਾ ਪਤਾ ਲੱਗਦਾ ਹੈ ਕਿ ਅੰਗਰੇਜ਼ ਵੀ ਇਹਨਾਂ ਨੂੰ ਖਾਲਿਸਤਾਨ ਦੇਊ ਸੀ। ਉਹਨਾਂ ਲਈ ਇਹਨਾਂ ਦੀ ਬੇਨਤੀ ਮੰਨਣੀ ਮਾਮੂਲੀ ਤੇ ਖੱਬੇ ਹੱਥ ਦਾ ਖੇਲ ਸੀ, ਕਿਉਂਕਿ ਉਹ ਤਾਂ ਛੱਡ ਕੇ ਜਾ ਹੀ ਰਹੇ ਸਨ। ਮੁਸਲਮਾਨ ਵੀ ਇਹਨਾਂ ਨਾਲ ਸਮਝੌਤਾ ਕਰਨ ਲਈ ਤਿਆਰ ਸਨ। ਹਿੰਦੂ ਤਾਂ ਹਿੰਦੁਸਤਾਨ ਆ ਕੇ ਵੀ ਇਹਨਾਂ ਨੂੰ ਵੱਖਰਾ ਖਿੱਤਾ ਦੇਊ ਸਨ। पर लम्हों ने खता की, सदियों ने सजा पाई। वाला हाल होया। सिख उस सहे वांग मारे गए जिहड़ा बस जां ट्रक नेड़े आउण ते फैसला नहीं कर सकदा कि अगांह जावे जां पछां। ਜਿਹੜੇ ਲੋਕ ਕਹਿੰਦੇ ਹਨ ਕਿ ਅੰਗਰੇਜ਼ ਸਿੱਖਾਂ ਦੀ ਵੱਖਰੇ ਦੇਸ਼ ਵਾਲੀ ਮੰਗ ਨਹੀਂ ਸਨ ਮੰਨਦੇ, ਉਹ ਬਿਲਕੁਲ ਝੂਠ ਬੋਲਦੇ ਹਨ। ਅੰਗਰੇਜ਼ ਭਾਰਤ ਨੂੰ ਬਿਨਾਂ ਸ਼ਰਤ ਛੱਡ ਕੇ ਜਾ ਰਿਹਾ ਸੀ। ਉਹਨਾਂ ਨੇ ਪਾਕਿਸਤਾਨੀ ਤੇ ਭਾਰਤੀ ਲੀਡਰਾਂ ਅੱਗੇ ਸਿਰਫ ਇਹ ਸ਼ਰਤ ਰੱਖੀ ਸੀ ਕਿ ਜਿਹੜੇ ਅੰਗਰੇਜ਼ ਭਾਰਤ ਵਿੱਚ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਜਦੋਂ ਹੁਣ ਦੋਵੇਂ ਮੁਲਕ ਆਜ਼ਾਦ ਹੋਣਗੇ, ਉਹਨਾਂ ਦੀ ਪੈਨਸ਼ਨ ਤੇ ਹੋਰ ਭੱਤੇ ਵਗੈਰਾ ਇੰਗਲੈਂਡ ਭੇਜਣਗੇ। ਇਹ ਗੱਲ ਨਵੇਂ ਬਣਨ ਵਾਲੇ ਦੋਹਾਂ ਦੇਸ਼ਾਂ ਦੇ ਲੀਡਰਾਂ ਨੇ ਹੀ ਮੰਨ ਲਈ ਸੀ। ਇਸ ਗੱਲ ਤੋਂ ਇਲਾਵਾ ਉਹਨਾਂ ਦਾ ਹੋਰ ਕੋਈ ਮੁਤਾਲਬਾ ਹੀ ਨਹੀਂ ਸੀ। ਨਾਲੇ ਜਿਹਨੇ ਉੱਧਲ ਜਾਣਾ ਹੋਵੇ ਉਹਨੂੰ ਭਾਂਡੇ ਟੀਂਡੇ ਸਾਂਭਣ ਦੀ ਕੀ ਲੋੜ। ਦੀ ਕਹਾਵਤ ਵਾਂਗ ਉਹ ਨਿਸ਼ਚਿਤ ਤਾਰੀਖ ਤੋਂ ਵੀ 1 ਸਾਲ ਪਹਿਲਾਂ ਦੇਸ਼ ਛੱਡ ਕੇ ਚਲੇ ਗਏ। ਤੀਜਾ ਦੇਸ਼ ਹੋਰ ਹੋਂਦ ਵਿੱਚ ਆ ਜਾਂਦਾ ਤਾਂ ਉਹ ਉਸ ਨਾਲ ਵੀ ਉਹੀ ਸ਼ਰਤ ਰੱਖਦੇ ਤੇ 2 ਦੇਸ਼ਾਂ ਦੀ ਬਜਾਏ ਰਾਜ ਭਾਗ 3 ਦੇਸ਼ਾਂ ਨੂੰ ਸੌਂਪ ਦਿੰਦੇ। ਭਲਾ ਸਦਾ ਲਈ ਮੁਲਕ ਛੱਡ ਕੇ ਜਾਣ ਵਾਲੇ ਅੰਗਰੇਜ਼ ਨੂੰ 2 ਦੀ ਥਾਂ 3 ਮੁਲਕ ਬਣਾਉਣ ਲਈ ਜਾਂ ਬਣਾਉਣ ਵਿੱਚ ਕੀ ਦਿੱਕਤ ਸੀ। ਅੰਗਰੇਜ਼ਾਂ ਦੀ ਗੱਲ ਤਾਂ ਛੱਡੋ, ਆਜ਼ਾਦ ਭਾਰਤ ਦੀ ਹਿੰਦੂ ਸਰਕਾਰ ਵੀ ਸਿੱਖਾਂ ਨੂੰ ਖਾਲਿਸਤਾਨ ਦੇ ਰਹੀ ਸੀ, ਪਰ ਹਿੰਦੂ ਮੂਲ ਦੇ ਮਾਸਟਰ ਤਾਰਾ ਸਿੰਘ ਭਾਰਤ ਦੇ ਹਿੰਦੂਆਂ ਨਾਲ ਹੀ ਰਹਿਣਾ ਚਾਹੁੰਦੇ ਸਨ। ਜਦੋਂ ਆਪਣਾ ਪੈਸਾ ਖੋਟਾ ਹੋਵੇ ਫਿਰ ਬਾਣੀਏ ਨੂੰ ਕਾਹਦਾ ਦੋਸ਼ ਦੇਣਾ ਚਾਹੀਦਾ। ਉਦੋਂ ਤਾਂ ਛਿੱਤਰ ਨਾਲ ਸਿਹਾ ਮਾਰਨ ਵਾਲੀ ਗੱਲ ਸੀ, ਪਰ ਹੁਣ ਵਾਹਗਾ ਬਾਰਡਰ ਤੋਂ ਲੈ ਕੇ ਅੰਬਾਲਾ ਤੱਕ GT ਰੋਡ ਦੇ ਨਾਲ ਘੱਟ ਤੋਂ ਘੱਟ 30 ਦੇ ਲਗਭਗ CRP, BSF, ਇੰਡੋ ਤਿੱਬਤਨ ਬਾਰਡਰ ਫੋਰਸ, ਇੰਡੋ ਤਿੱਬਤੀਅਨ ਬਾਰਡਰ ਪੁਲਿਸ ਤੇ ਫੌਜ ਦੀਆਂ ਛਾਉਣੀਆਂ ਹਨ ਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 2-2, 3-3 ਛਾਉਣੀਆਂ ਹਨ। ਸਾਰੀ ਦੁਨੀਆ ਨੂੰ ਪਤਾ ਹੈ ਕਿ ਬੰਗਲਾਦੇਸ਼ ਵਿੱਚ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ ਬੰਗਲਾਦੇਸ਼ ਬਣਿਆ ਸੀ। ਇਜ਼ਰਾਈਲ ਤੇ ਫਲਸਤੀਨ ਵਿੱਚ ਅਜੇ ਵੀ ਜੰਗ ਜਾਰੀ ਹੈ। ਸਾਰੀ ਦੁਨੀਆ ਨੂੰ ਪਤਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ। ਹਰ ਰੋਜ਼ ਉੱਥੇ 50 ਤੇ ਕਈ ਵਾਰ 100 ਬੰਦਾ ਰੋਜ਼ ਮਰ ਰਿਹਾ ਹੈ, ਪਰ ਅਜੇ ਵੀ
ਉਹਨਾਂ ਨੂੰ ਆਜ਼ਾਦੀ ਨਸੀਬ ਨਹੀਂ ਹੋਈ। ਇਸ ਵੱਖਰੇ ਦੇਸ਼ ਲਈ ਕਿਹੜੇ ਸਿੱਖ ਨੇ ਲੜਨਾ ਹੈ ਜਿਸ ਦੀ ਜਨਾਨੀ ਕਰਵਾ ਚੌਥ ਦਾ ਵਰਤ ਰੱਖਦੀ ਹੈ। ਸੋ ਇਸ ਭਾਗ ਲਈ ਇੰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।